ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ ਟਾਈਮ ਵਾਰਨਰ ਤੇ RCN ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ TV 84 ਦੇ ਫੇਸਬੁੱਕ ਪੇਜ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ मैं अमरवीर सिंह अज दे इस प्रोग्राम विच तहे दिलों स्वागत करदा। व्यूअर्स, अज असीं सिख सियासी कैदियां बारे विचार चर्चा करांगे। जिहड़ा सिख पोलिटिकल प्रिजनर्स दा इशू है, हालांकि इहदे विच कई नाम शामिल ने, दर्जना जिहड़े नाम हैगे ने, वो किते ना किते जिहड़ी गिणती है वो 100 तो भी उपर जांदी है। पर जिहड़े सिख सियासी कैदी उमर कैद की सज़ा कट रहे ने भारत दीआं जेलां दे विच, कईयां दियां उमर कैदां पूरियां भी हो चुकियां ने, 14 साल तो ज़्यादा समा उन्होंने हो चुका है। उन्हां दी एक लिस्ट 19 बंदे ने, जिहड़े 19 सिख सियासी कैदी ने, वो लिस्ट एक जिहड़ी हैगी है वो जारी की गई है। जिहड़े इन्हां केसां दे नाल डील करते हैं, इन टच रहिंदे ने वकील सरदार जसपाल सिंह मंझपुर वालों। सो जिहड़े 19 सिख सियासी कैदी ने जिन्हां दी उमर कैद की सज़ा जिहड़ी उन्होंने हुई हुई है तो भारत दीआं जेलां दे विच बंद ने, उन्हां दे केसां दे संबंधी केस अपडेट्स दे लई ते ओवरऑल जदों असीं सिख पोलिटिकल प्रिजनर्स दा जिहड़ा मुद्दा हैगा इह उस नूं विचारदे हां, उहदे विच सेंटर गवर्नमेंट दा, केंद्र सरकार दा, पंजाब सरकार दा की रोल है, उन्हां दी पैरोल दा की इशू हैगा, उन्हां दी रिहाई दीआं की संभावनावां ने, इह सारे इशू दे उपर गलबात दे लई अज साडे नाल लुधियाना तो वकील सरदार जसपाल सिंह मंझपुर फोन लाइन ते जुड़ चुके हैं। आओ उन्हां नाल मिल के अज दी विचार चर्चा की शुरुआत करते हैं। हाँ जी मंझपुर साहब, तुहाडा स्वागत है जी प्रोग्राम दे विच। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। मंझपुर साहब, क्योंकि जिहड़ा ये सिख पोलिटिकल प्रिजनर दा, सिख सियासी कैदियां दा इशू हैगा, ये असीं पहलां भी कई बार विचारिया ते काफ़ी लंबे समय तो जिहड़ा हैगा ये पिछले सालां दे विच हाईलाइट भी होया। पर जिहड़ी ये 19 सिख सियासी कैदियां दी लिस्ट तुहाडे वल्लों हुण दोबारा जिहड़ी है ਉਹ ਵੱਖਰੇ तौर ਤੇ जारी की गई है, मैं इस बारे तुहाडे कोलों जानना चाहूँगा। ये लिस्ट दियां डिटेल्स भी जे तुसीं सानूं दस सको, ते नाल ही ये लिस्ट 19 बंदियां दी कंपाइल करके ਵੱਖਰੇ तौर ते जारी करन दा तुहाडा मकसद की सी, तुसीं की कढना चाहुंदे हो इहदे विचों? हाँ जी, सब तो पहला तो यह भी ये पहला 100 ਜਾਂ 120 ਦੇ ਕਰੀਬ ਸਾਰਿਆਂ ਦੀ लिस्ट जारी कर दी सी। ਉਹਦੇ ਚ ਫਿਰ प्रॉब्लम ਇਹ ਆਉਂਦੀ ਸੀ ਕਿ ਜਦੋਂ ਕਿਤੇ ਬੰਦੇ ਲੈ ਕੇ ਜਾਂਦੇ ਸੀਗੇ, ਉਹ ਫਿਰ ਸਰਕਾਰ ਵਾਲੇ ਜਿਹਨੂੰ ਸੰਘਰਸ਼ ਕਮੇਟੀ ਪਿਛਲੇ ਸਮੇਂ ਦੌਰਾਨ 1-2 ਵਾਰ ਬਣੀ, ਉਹ ਕਹਿੰਦੇ ਜੀ ਅੰਡਰ ਟ੍ਰਾਇਲ ਆ ਜੀ, ਇਹਦਾ ਦੇ ਕੇਸ ਹੀ ਚੱਲ ਰਹੇ ਅਦਾਲਤਾਂ ਦੇ ਵਿੱਚ ਜੀ। ਉਹਦੇ ਚ ਫਿਰ ਉਹ ਥੋੜਾ ਉਹਨੂੰ ਵੱਖਰਾ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ ਬੰਦਿਆਂ ਨੂੰ, ਕਹਿਣਾ ਵੀ ਇਹਦਾ ਦੇ ਕੇਸ ਹੀ ਚੱਲ ਰਹੇ ਕੋਰਟਾਂ ਦੇ ਵਿੱਚ। ਇੱਕ ਪਾਸੇ ਜਿਨ੍ਹਾਂ ਨੇ 20-20, 25-25 ਸਾਲ ਸਜ਼ਾ ਕੱਟ ਲਈ ਆ ਉਹ ਆ, ਇੱਕ ਪਾਸੇ ਅਜੇ ਜਿਨ੍ਹਾਂ ਨੂੰ 6-6 ਮਹੀਨੇ, ਸਾਲ ਹੋਇਆ, ਜਿਨ੍ਹਾਂ ਦੇ ਕੇਸ ਪੈਂਡਿੰਗ ਟ੍ਰਾਇਲ ਅਦਾਲਤਾਂ ਦੇ ਵਿੱਚ ਹੈਗੇ ਆ। ਇਹਨੂੰ ਵੱਖਰਾ ਕਰਨ ਦਾ ਮਕਸਦ ਇਹ ਵੀ ਇਹ ਜਿਹੜੇ ਆ ਲਾਈਫ ਕਨਵਿਕਟ ਹੈਗੇ ਆ, ਇਹਨਾਂ ਦੀ ਜਿਹੜੀ ਸਜ਼ਾ ਹੈਗੀ ਆ, ਮੇਨਲੀ ਜਿਹੜੀ ਇਹਨਾਂ ਦੀ ਰਿਹਾਈ ਹੈਗੀ ਆ, ਉਹ ਸਿੱਧੇ ਰੂਪ ਦੇ ਵਿੱਚ ਸਿਆਸੀ ਫੈਸਲਾ ਹੈਗਾ ਆ ਇੱਕ ਜੀ। ਜਿਹੜਾ ਅੰਡਰ ਟ੍ਰਾਇਲ ਹੈਗਾ ਹੋ ਸਕਦਾ ਉਹ ਅਦਾਲਤ ਵੱਲੋਂ ਹੀ ਬਰੀ ਹੋ ਜਾਵੇ ਤੇ ਉਹ ਸਰਕਾਰ ਤੱਕ ਦੀ ਕਿਸੇ ਤਰ੍ਹਾਂ ਦੀ ਕੋਈ ਪਹੁੰਚ ਦੀ ਲੋੜ ਹੀ ਨਾ ਰਹੇ। ਹੋ ਸਕਦਾ ਉਹ ਜ਼ਮਾਨਤ ਤੇ ਆ ਜਾਵੇ ਆਉਂਦੇ ਦਿਨਾਂ ਦੇ ਵਿੱਚ, ਹੋ ਸਕਦਾ ਉਹਨੂੰ ਸਜ਼ਾ ਜਿਹੜੀ ਆ 5 ਸਾਲ ਜਾਂ 10 ਸਾਲ ਹੋਵੇ, ਜਿਹਦੇ ਵਿੱਚ ਸਰਕਾਰ ਦਾ ਕੋਈ ਸਿੱਧੇ ਰੂਪ ਚ ਫੈਸਲਾ ਕੋਈ ਨਹੀਂ। ਜਦੋਂ ਪੂਰੀ ਹੋਣੀ ਆ ਉਹਦੀ ਸਜ਼ਾ, ਉਹ ਜੇਲ੍ਹ ਸੁਪਰਡੈਂਟ ਨੇ, ਜੇਲ੍ਹ ਅਥਾਰਟੀ ਨੇ ਛੱਡ ਦੇਣਾ ਹੈਗਾ। ਸੋ ਇਹਨੂੰ ਵੱਖਰੇ ਤੌਰ ਦੇ ਉੱਤੇ ਉਮਰ ਕੈਦੀਆਂ ਦੀ ਜਿਹੜੀ ਕਰਨ ਦਾ ਜਿਹੜੀ ਮੇਰੀ ਮਨਸ਼ਾ ਹੈਗੀ ਉਹ ਇਹੀ ਆ ਵੀ ਕਿਉਂਕਿ ਇਹਨਾਂ ਦੀ ਰਿਹਾਈ ਜਿਹੜੀ ਇੱਕ ਸਿਆਸੀ ਫੈਸਲਾ ਹੈਗਾ। ਜਦੋਂ ਸੱਤਾ ਦੇ ਬੈਠੇ ਵਿੱਚ ਜਿਹੜੇ ਸਿਆਸੀ ਲੋਕ ਆ, ਜਦੋਂ ਉਹਨਾਂ ਨੇ ਚਾਹਣਾ ਉਦੋਂ ਇਹਨਾਂ ਦੀ ਜਿਹੜੀ ਆ ਉਹ ਰਿਹਾਈ ਹੋਣੀ। ਉਸ ਤੋਂ ਇਲਾਵਾ ਅਦਾਲਤਾਂ ਦੇ ਰਾਹੀਂ ਜਿਹੜਾ ਇਹਨਾਂ ਦੀ ਰਿਹਾਈ ਉਸ ਤਰ੍ਹਾਂ ਸੰਭਵ ਨਹੀਂ ਹੈਗੀ ਜਿਸ ਤਰ੍ਹਾਂ ਕਿ ਅੰਡਰ ਟ੍ਰਾਇਲ ਦੀ ਜਾਂ ਘੱਟ ਸਜ਼ਾ ਵਾਲੇ ਜਿਹੜੇ ਆ ਬੰਦੀ ਉਹਨਾਂ ਦੀ ਜਿਹੜੀ ਸੰਭਵ ਹੋ ਸਕਦੀ ਆ। ਅਦਾਲਤਾਂ ਦੇ ਵਿੱਚ ਵੀ ਜਦੋਂ ਅਸੀਂ ਇਹਨਾਂ ਦੀ ਰਿਹਾਈ ਲਈ ਜਾਂਦੇ ਹਾਂ ਤਾਂ ਉਹ ਅਦਾਲਤਾਂ ਇਹੀ ਕਹਿੰਦੀਆਂ ਹੈਗੀਆਂ ਵੀ ਹਾਂ ਐਪਰੋਪ੍ਰੀਏਟ ਗਵਰਨਮੈਂਟ ਜਿਹੜੀ ਆ ਇਹਨਾਂ ਦੇ ਸੰਬੰਧ ਦੇ ਵਿੱਚ फैसला ਜਿਹੜੀ ਹੈ ਲੈ ਸਕਦੀ ਹੈ ਜੀ। ਫੈਸਲਾ ਜਿਹੜਾ ਹੈਗਾ ਮੰਝਪੁਰ ਸਾਹਿਬ, ਜੇ ਤੁਸੀਂ ਸਾਨੂੰ ਇਸ 19 ਜਿਹੜੇ ਇਹ ਲਾਈਫ ਕਨਵਿਕਟਸ ਹੈਗੇ ਆ, ਸਿੱਖ ਸਿਆਸੀ ਕੈਦੀ ਆ, ਥੋੜਾ ਜਿਹਾ ਉਹਨਾਂ ਬਾਰੇ ਸਾਨੂੰ ਦੱਸ ਸਕੋ। ਹਾਂਜੀ, ਇਹਦੇ ਵਿੱਚ ਜਿਸ
ਤਰ੍ਹਾਂ ਭਾਈ ਲਾਲ ਸਿੰਘ ਹੈਗੇ 1992 ਤੋਂ ਆ। ਇਹਨਾਂ ਦਾ ਜਿਹੜਾ ਫਾਈਨਲ ਹੁਣ ਸਾਰੀਆਂ ਰਿਪੋਰਟਾਂ ਇਹਨਾਂ ਦੇ ਹੱਕ ਦੇ ਵਿੱਚ ਹੋ ਕੇ, ਈਵਨ ਗੁਜਰਾਤ ਸਰਕਾਰ ਦੀ ਰਿਪੋਰਟ ਵੀ ਪੋਜ਼ਿਟਿਵ, ਪੰਜਾਬ ਸਰਕਾਰ ਦੀ ਵੀ, ਤੇ ਥੱਲੇ ਜੇਲ੍ਹ ਸੁਪਰਡੈਂਟ SSP DC ਦੀ ਸਾਰੀਆਂ ਰਿਪੋਰਟਾਂ ਹੋ ਗਏ। ਫਾਈਨਲ ਜਿਹੜੀ ਫਾਈਲ ਆ ਤੇ ਫਾਈਨਲ ਡਿਸੀਜਨ ਵਾਸਤੇ ਜਿਹੜੀ ਆ ਸੈਂਟਰਲ ਹੋਮ ਮਿਨਿਸਟਰੀ ਕੋਲ ਪਈ ਆ ਫਾਈਲ। ਹੁਣ ਕਿਸੇ ਟਾਈਮ ਵੀ ਹੋ ਸਕਦਾ ਹਫ਼ਤੇ ਨੂੰ ਫੈਸਲਾ ਲੈ ਲੈਣ, ਹੋ ਸਕਦਾ 6 ਮਹੀਨੇ ਸਾਲ ਨਾਲ ਫੈਸਲਾ ਲੈਣ। ਇਸੇ ਤਰ੍ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀਆਂ ਸਾਰੀਆਂ ਮੈਡੀਕਲ ਰਿਕਾਰਡ ਸਾਰਾ ਇਲਾਕੇ ਉਹ ਪੰਜਾਬ ਸਰਕਾਰ ਕੋਲ ਪਿਆ। ਇਹਨਾਂ ਨੇ ਅਜੇ ਫਾਰਵਰਡ ਕਰਨਾ ਹੈਗਾ ਅੱਗੇ ਸੈਂਟਰਲ ਗਵਰਨਮੈਂਟ ਨੂੰ। ਭਾਈ ਗੁਰਦੀਪ ਸਿੰਘ ਖੇੜੇ ਦਾ 2016 ਚ ਹੀ ਪੰਜਾਬ ਦਾ ਜਿਹੜਾ ਇੱਥੋਂ ਹੋ ਕੇ ਕਰਨਾਟਕਾ ਦੇ ਕੈਦੀ ਉੱਥੇ ਪਹੁੰਚ ਚੁੱਕਿਆ। ਜਿਹੜੇ ਬਿਆਨ ਸਿੰਘ ਮਰਡਰ ਕਰਦੇ ਲਖਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਉਹ ਆਲਰੇਡੀ ਪਰੋਲਾਂ ਕਰਦੇ, ਉਹਨਾਂ ਦਾ ਕੋਈ ਕੇਸ ਨਹੀਂ ਹੈਗਾ। ਉਹ ਸਿੱਧੇ ਰੂਪ ਦੇ ਵਿੱਚ ਯੂਪੀ ਦੇ ਚੰਡੀਗੜ੍ਹ ਦੇ ਕੈਦੀ ਆ। ਉਹਨਾਂ ਦਾ ਵੈਸੇ ਹੀ ਫੈਸਲਾ ਜਿਹੜਾ ਸੈਂਟਰਲ ਗਵਰਨਮੈਂਟ ਦੇ ਅੰਡਰ ਸਿੱਧੇ ਰੂਪ ਦੇ ਵਿੱਚ ਆਉਂਦਾ ਹੈਗਾ ਜੀ। ਤੇ ਜਿਵੇਂ ਭਾਈ ਜਗਤਾਰ ਸਿੰਘ ਹਵਾਲਾ ਦਾ, ਉਹਨਾਂ ਦੀ ਪੁਰਾਣੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਪੈਂਡਿੰਗ ਆ, ਪਰ ਉਹਨਾਂ ਦਾ ਜਿਹੜਾ ਫੈਸਲਾ ਜਿਹੜਾ ਹੈਗਾ, ਕਿਉਂਕਿ ਉਹ ਆਲਰੇਡੀ ਮੋਰ ਦੈਨ ਸਫੀਸ਼ੀਐਂਟ ਜਿਹੜੀ ਕੈਦ ਕੱਟ ਚੁੱਕੇ ਹੈਗੇ ਉਹਦੇ ਵਿੱਚ, ਤੇ ਉਹ ਸਰਕਾਰ ਕਰ ਸਕਦੀ ਆ। ਭਾਈ ਪਰਮਜੀਤ ਸਿੰਘ ਝੋਰੇ ਦਾ ਇਸੇ ਤਰ੍ਹਾਂ ਉਸ ਕੇਸ 'ਚ, ਭਾਈ ਬਲਵੰਤ ਸਿੰਘ ਰਾਜੋਆਣੇ ਦਾ ਭਾਵੇਂ ਫਾਂਸੀ ਦਾ ਕੇਸ ਸੀਗਾ, ਉਹ ਸੈਂਟਰਲ ਹੋਮ ਮਿਨਿਸਟਰੀ ਨੇ ਤੋੜੀ ਹੋਈ ਫਾਂਸੀ। ਉਹਨਾਂ ਦਾ ਵੀ ਜਿਹੜਾ ਜਿਵੇਂ ਆਮ ਕਿਹਾ ਜਾਂਦਾ ਵੀ 2 ਸਜ਼ਾਵਾਂ ਨਹੀਂ ਘਟਾਈਆਂ ਜਾ ਸਕਦੀਆਂ, ਇੱਕ ਫਾਂਸੀ ਵੀ ਤੇ ਉਮਰ ਕੈਦ ਉਹਨਾਂ ਨੇ ਜਿਹੜੀ ਆ 22-23 ਸਾਲ ਕੱਟ ਲਈ ਆ। ਸੋ ਉਹਨਾਂ ਦਾ ਵੀ ਜਿਹੜਾ ਫੈਸਲਾ ਫਾਈਨਲ ਦੇ ਉੱਤੇ ਹੈਗਾ। ਇਸੇ ਤਰ੍ਹਾਂ ਆਨੰਦ ਸਿੰਘ, ਸੁਰੇਸ਼ ਸਿੰਘ ਦਾ ਹੈਗਾ, ਜਿਹੜੇ ਹੈ ਤਾਂ ਨਹੀਂ ਸਿੱਖ ਸੰਘਰਸ਼ ਨਾਲ ਸੰਬੰਧਿਤ, ਪਰ ਬੜੈਲ ਜੇਲ੍ਹ ਬ੍ਰੇਕ ਕੇਸ ਦੇ ਵਿੱਚ ਉਹਨਾਂ ਦਾ ਕੇਸ ਦੇ ਵਿੱਚ ਨਾ ਆਉਣ ਕਰਕੇ ਉਹਨਾਂ ਦੀ ਰਿਹਾਈ ਵੀ ਅਟਕੀ ਆ। ਦਿਲਬਾਗ ਸਿੰਘ ਨਾਭੇ ਜੇਲ੍ਹ ਦੇ ਵਿੱਚ ਆ, ਉਹਨਾਂ ਦੀ ਰਿਹਾਈ ਪੰਜਾਬ ਸਰਕਾਰ ਨੇ ਨਕਸ਼ਾ ਫੇਲ ਕੀਤਾ, ਉਹ ਦੁਬਾਰੇ ਜਿਹੜਾ ਥੋੜੇ ਸਮੇਂ ਪਾ ਕੇ ਜਿਹੜਾ ਉਹਨਾਂ ਦੀ ਰਿਹਾਈ ਦਾ ਨਕਸ਼ਾ ਜਿਹੜਾ ਚੱਲਣਾ ਹੈਗਾ। ਇਸੇ ਤਰ੍ਹਾਂ ਜਿਹੜੇ ਭਾਈ ਹਰਨੇਕ ਸਿੰਘ ਭਾਪਿਆ, ਉਹਨਾਂ ਦੀਆਂ 13-14 ਸਾਲ ਉਹਨਾਂ ਦੀ ਹੋ ਗਈ, ਉਹ ਜੈਪੁਰ ਜੇਲ੍ਹ 'ਚ ਆ। ਭਾਈ ਦਇਆ ਸਿੰਘ ਲਾਹੌਰੀਏ ਦਾ ਆਮ ਉਮਰ ਕੈਦ ਹੈਗੀ ਆ, ਉਹਨਾਂ ਦਾ ਪਿਛਲੇ ਦਿਨ ਹੀ ਰਾਜਸਥਾਨ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਕਿ ਇਹਨਾਂ ਨੂੰ ਪਰਮਾਨੈਂਟ ਪਰੋਲ ਦਿੱਤੀ ਜਾਵੇ, ਕਿਉਂਕਿ ਰਾਜਸਥਾਨ ਦਾ ਕੇਸ ਆ। ਰਾਜਸਥਾਨ ਦੇ ਵਿੱਚ ਪਰਮਾਨੈਂਟ ਪਰੋਲ ਦੀ ਪ੍ਰੋਵੀਜ਼ਨ ਹੈਗੀ ਆ, ਪੰਜਾਬ 'ਚ ਹੈ ਨਹੀਂ। ਪੱਕੇ ਤੌਰ ਤੇ ਪਰੋਲ ਜਿਵੇਂ 42 ਦਿਨ ਦੀ ਇੱਥੇ ਪਰੋਲ ਆਉਂਦੇ ਆ, ਗੁੱਡ ਕੰਡਕਟ ਤੇ 14 ਸਾਲ ਜਿਹਨੇ ਕੱਟੀ ਆ, ਉਹ ਪੱਕੀ ਪਰੋਲ ਦੇ ਉੱਤੇ ਆ ਸਕਦਾ। ਇਸੇ ਤਰ੍ਹਾਂ ਪਿਛਲੇ ਸਮੇਂ ਦਾ ਮੁਰਾਦਾਬਾਦ 4 ਸਿੰਘਾਂ ਨੂੰ ਸਜ਼ਾ ਹੋਈ ਸੀਗੀ, ਉਹਨਾਂ ਦੇ ਵੀ ਪਹਿਲਾਂ ਵੀ ਸਮਾਂ ਕੱਟਿਆ ਸੀ, ਉਹ ਵਡੇਰੀ ਉਮਰ ਹੋਣ ਕਰਕੇ ਉਹਨਾਂ ਦਾ ਵੀ ਕੇਸ ਜਿਹੜਾ ਵਿਚਾਰਨਯੋਗ ਜਿਹੜਾ ਹੈਗਾ। ਸੋ ਇਹ ਸਾਰੇ ਉਮਰ ਕੈਦੀ ਜਿਹੜੇ 19 ਹੈਗੇ ਆ, ਇਹਨਾਂ ਦੇ ਵਿੱਚੋਂ 15 ਪੱਕੇ ਤੌਰ ਦੇ ਉੱਤੇ ਤੁਰੰਤ ਰਿਹਾ ਕੀਤੇ ਜਾ ਸਕਦੇ ਆ। ਜਿਹੜੇ 4 ਮੁਰਾਦਾਬਾਦ ਵਾਲੇ ਭਾਵੇਂ ਉਹਨਾਂ ਨੂੰ ਥੋੜੀ ਘੱਟ ਹੋਈ ਆ, ਪਰ ਉਹਨਾਂ ਨੂੰ ਵੀ ਜਿਹੜੀ ਗਰਾਊਂਡ ਦੇ ਉੱਤੇ ਉਹਨਾਂ ਨੂੰ ਛੱਡਿਆ ਜਾ ਸਕਦਾ ਕਿ ਉਹਨਾਂ ਦੀਆਂ ਉਮਰਾਂ ਜਿਹੜੀਆਂ ਜ਼ਿਆਦਾ ਹੈਗੀਆਂ ਤੇ ਇੱਕ ਲੰਬਾ ਟ੍ਰਾਇਲ ਚੱਲਿਆ ਹੈਗਾ ਜੀ। ਮੰਜਪੁਰ ਸਾਹਿਬ, ਮੈਂ ਤੁਹਾਡੇ ਤੁਸੀਂ ਗੱਲ ਕੀਤਾ ਵੀ ਜਿਹੜੀ ਇਹਨਾਂ ਸਾਰਿਆਂ ਦੀ ਜਿਹੜੇ ਹੈਗੇ ਆ, ਜਿਵੇਂ ਤੁਸੀਂ ਵੀ ਐਗਜ਼ਾਮਪਲਸ ਦਿੱਤੀਆਂ ਨੇ ਕਿ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਦੋਂ ਅਸੀਂ ਇਹਦੇ ਕਾਰਨਾਂ ਦੇ ਵਿੱਚ ਜਾਂਦੇ ਹਾਂ ਤਾਂ ਕੀ ਸਮਝਦੇ ਹੋ ਕਿ ਜਿਹੜੀ ਘੱਟ ਗਿਣਤੀ ਹੈਗੀ ਹੈ ਭਾਰਤ ਦੇ ਵਿੱਚ, ਉਹਨਾਂ ਦੇ ਨਾਲ ਹੀ ਇੱਦਾਂ ਦਾ ਸਲੂਕ ਕੀਤਾ ਜਾਂਦਾ ਹੈ, ਜਾਂ ਇੱਦਾਂ ਦੀਆਂ ਜਿਹੜੀਆਂ ਮਿਸਾਲਾਂ ਹੈਗੀਆਂ ਨੇ ਉਹ ਵੱਡ ਗਿਣਤੀ ਦੇ ਹਵਾਲੇ ਨਾਲ ਵੀ ਜਿਹੜੀਆਂ ਨੇ ਉਹ ਕਾਨੂੰਨ ਦੇ ਵਿੱਚ ਜਾਂ ਜਸਟਿਸ ਸਿਸਟਮ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ? ਦੇਖੋ, ਜਿਹਦੇ ਵਿੱਚ ਜਿੱਥੋਂ ਤੱਕ ਘੱਟ ਗਿਣਤੀਆਂ ਸੰਬੰਧਾਂ, ਇਹ ਗੱਲ ਬਿਲਕੁਲ ਸਹੀ ਹੈ ਵੀ ਜਿੱਥੇ ਤਾਂ ਮਸਲਾ ਆ ਜਾਂਦਾ ਘੱਟ ਗਿਣਤੀ, ਖਾਸ ਤੌਰ ਤੇ ਮੁਸਲਮਾਨਾਂ ਤੇ ਸਿੱਖਾਂ ਦੇ ਇਹ ਕੇਸ ਜਾਂ ਜ਼ਿਆਦਾ ਟਾਡਾ ਦੇ ਸੀਗੇ ਜਾਂ ਪੋਟਾ ਦੇ ਜਾਂ ਹੁਣ ਅਨਲਾਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਹੈਗੇ ਆ। ਤਾਂ ਉਹਦੇ ਵਿੱਚ ਜਿਹੜੀਆਂ ਸਜ਼ਾਵਾਂ ਹੈਗੀਆਂ ਉਹਦੇ 'ਚ ਜਾਂ ਕਹਿ ਸਕਦੇ ਹੋ ਇੱਕ ਤਾਂ ਘੱਟ ਗਿਣਤੀਆਂ ਦਾ ਸਿੱਖਾਂ ਮੁਸਲਮਾਨਾਂ ਦੇ ਕੇਸਾਂ ਏਦਾਂ ਦੇਖਣ ਨੂੰ ਆਉਂਦਾ ਵੀ ਉਹਨਾਂ ਨੂੰ ਲੰਬਾ ਲਟਕਾਇਆ ਜਾਂਦਾ। ਉਹਨਾਂ ਦਾ ਮਕਸਦ ਇਹੀ ਹੁੰਦਾ ਵੀ ਇਹ ਟੁੱਟ ਜਾਣ, ਮਾਨਸਿਕ ਤੌਰ ਦੇ ਉੱਤੇ ਸੰਘਰਸ਼ ਪ੍ਰਤੀ ਇਹਨਾਂ ਦੀ ਹਮਦਰਦੀ ਜਾਂ ਉਹਨਾਂ ਦਾ ਜਿਹੜਾ ਝੁਕਾਅ ਖਤਮ ਹੋਵੇ, ਜਾਂ ਸਰੀਰਕ ਤੌਰ ਤੇ ਨਕਾਰਾ ਜਾਂ ਮਾਨਸਿਕ ਤੌਰ ਤੇ ਨਕਾਰਾ ਹੋਣ, ਉਧਰੋਂ ਸੋਚ ਬਦਲਣ। ਇਹ ਇਸ ਤਰ੍ਹਾਂ ਯਾਨੀ ਕਿ ਬੁੱਢਿਆ ਕਰ ਦੇਣਾ, ਬੰਦੇ ਵੀ ਵਧੇਰੀ ਉਮਰ ਦੇ ਹੋ ਕੇ ਬਾਹਰ ਕੱਢਣੇ। ਜਿਵੇਂ ਭਾਈ ਵਰਿਆਮ ਸਿੰਘ ਕਿੰਨੇ ਸਾਲਾਂ ਬਾਅਦ ਉਹਨਾਂ ਨੂੰ ਜਿਹੜੀ ਉਹ ਰਿਹਾਈ ਹੋਈ, ਜਾਂ ਉਸ ਤੋਂ ਪਹਿਲਾਂ ਬਾਪੂ ਗੁਰਦੇਵ ਸਿੰਘ ਸੀ ਕਾਲੇ ਕੇ, ਉਹ ਸਰੀਰਕ ਤੌਰ ਤੇ ਵੀ ਨਕਾਰਾ ਸੀ, ਉਹਨੂੰ ਕੋਈ ਡੰਡੇ ਤੋਂ ਬਿਨਾਂ ਚੱਲ ਨਹੀਂ ਹੁੰਦਾ। ਫਿਰ ਉਹਨੂੰ 75 ਸਾਲਾਂ ਦੀ ਜਦੋਂ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਉਸ ਤਰ੍ਹਾਂ ਛੱਡਿਆ ਗਿਆ। ਇਹ ਸੋਚ ਜਿਹੜੀ ਇਹਦੇ ਪਿੱਛੇ ਜਿਹੜੀ ਸਟੇਟ ਦੀ ਮਾਨਸਿਕਤਾ ਹੈਗੀ ਆ ਵੀ ਜਿਹੜੇ ਲੋਕ ਸੰਘਰਸ਼ ਨਾਲ ਸੰਬੰਧਿਤ ਹੈਗੇ ਆ, ਜਿਹੜੇ ਵੱਖਰੇ ਰਾਜ ਦੀ ਗੱਲ ਕਰਦੇ ਹੈਗੇ ਜਾਂ ਸਿਆਸੀ ਹੱਕਾਂ ਦੀ ਗੱਲ ਕਰਦੇ ਹੈਗੇ, ਸੋ ਉਹਨਾਂ ਨੂੰ ਏਦਾਂ ਕੀਤਾ ਜਾਂਦਾ। ਆਹ ਜਿਹੜੀ ਬਹੁ ਗਿਣਤੀ ਨਾਲ ਸੰਬੰਧਿਤ ਵੀ ਕੁਝ ਕੁ ਲੋਕ ਬਹੁਤ ਹੀ ਆਟੇ 'ਚ ਲੂਣ ਬਰਾਬਰ ਜਿਹੜੇ ਹੀਨੀਅਸ ਕ੍ਰਾਈਮ ਦੇ ਨਾਲ ਸੰਬੰਧਿਤ ਹੁੰਦੇ ਆ। ਵੀ ਜਿਸ ਤਰ੍ਹਾਂ ਇੱਕ ਕੇਸ ਸੀਗਾ, ਰੈਫਰੈਂਸ ਮੈਨੂੰ ਹੁਣ ਉਹਦਾ ਸਾਰਾ ਭੁੱਲ ਗਿਆ, ਉਹ ਬੰਦਾ ਸੀਗਾ ਹਿੰਦੂ ਹੀ ਸੀਗਾ,
ਉਹ ਕੇਸ ਦੇ ਵਿੱਚ ਉਹਨੇ ਆਪਣੀ ਵਾਈਫ ਨੂੰ ਮਾਰ ਕੇ ਫਿਰ ਉਹਨੂੰ ਆਪਣੇ ਘਰ ਦੇ ਵਿਹੜੇ 'ਚ ਹੀ ਦੱਬ ਕੇ ਰੱਖਿਆ ਹੋਇਆ ਸੀਗਾ। ਜਦੋਂ ਕੇਸ ਖੁੱਲਿਆ ਤੇ ਉਹਨੂੰ ਹੀਨੀਅਸ ਕ੍ਰਾਈਮ ਦਾ ਮੰਨ ਕੇ ਤੇ ਉਹਨੂੰ ਜਿਹੜੀ ਲਾਈਫ ਇਜ਼ ਇਕੁਅਲ ਟੂ ਲਾਈਫ ਸਾਰੀ ਆ, ਉਸ ਕੇਸ ਦੇ ਵਿੱਚ ਉਹ ਡਿਸਕਸ ਕੀਤੀ ਸੁਪਰੀਮ ਕੋਰਟ ਨੇ, ਉਹਨੂੰ ਆਧਾਰ ਬਣਾ ਕੇ ਜਿਹੜੀ ਆ ਫਿਰ ਮੁੜ ਕੇ ਭਾਈ ਹਵਾਰੇ ਨੂੰ ਜਿਹੜੀ ਆ ਲਾਈਫ ਦਾ ਮਤਲਬ ਸਾਡੀ ਨੈਚੁਰਲ ਲਾਈਫ ਜਿਹੜੀ ਕੀਤੀ ਜਾਵੇ। ਸੋ ਇਸ ਤਰ੍ਹਾਂ ਉਹ ਪਰ ਬਹੁਤ ਆਟੇ ਚ ਲੂਣ ਉਹ ਬਿਲਕੁਲ ਹੀ ਮਹੀਨ ਤੌਰ ਦੇ ਉੱਤੇ ਹੁੰਦੀ ਆ। ਬਹੁਤੇ ਤੌਰ ਦੇ ਉੱਤੇ ਜਿਹੜੀ ਜਨਰਲਾਈਜ਼ ਆ ਵਿਤਕਰੇ ਦੀ ਗੱਲ ਉਹ ਸਿੱਖਾਂ ਦੇ ਮੁਸਲਮਾਨਾਂ ਦੇ ਕੇਸਾਂ ਦੇ ਵਿੱਚ ਹੀ ਸਾਹਮਣੇ ਆਉਂਦੀ ਹੈ। ਜੀ ਮੰਜਪੁਰ ਸਾਹਿਬ, ਜਿਵੇਂ ਅਸੀਂ ਇਸ ਇਸ਼ੂ ਦੇ ਉੱਪਰ ਰਿਹਾਈ ਦੀ ਗੱਲ ਕਰ ਰਹੇ ਹਾਂ, ਜ਼ਿਆਦਾਤਰ ਜਿਹੜੇ ਕੇਸਿਸ ਹੈਗੇ ਆ ਤੁਸੀਂ ਦੱਸਦੇ ਹੋ ਵੀ ਉਹਦੇ 'ਚ ਕੇਂਦਰ ਸਰਕਾਰ ਦਾ ਜਿਹੜਾ ਰੋਲ ਹੈ ਉਹ ਨਜ਼ਰ ਆਉਂਦਾ, ਪਰ ਜਦੋਂ ਅਸੀਂ ਸਿੱਖ ਸਿਆਸੀ ਕੈਦੀਆਂ ਦੀ ਗੱਲ ਕਰਦੇ ਹਾਂ ਉਹਨਾਂ ਦਾ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਪੰਜਾਬ ਨੂੰ ਬਿਲੋਂਗ ਕਰਦੇ ਆ। ਸੋ ਪੰਜਾਬ ਸਰਕਾਰ ਦਾ ਇਸ ਸਾਰੇ ਇਸ਼ੂ ਦੇ ਵਿੱਚ ਕੀ ਰੋਲ ਹੈ ਕਿ ਜੇ ਪੰਜਾਬ ਸਰਕਾਰ ਚਾਹੇ ਕੋਈ ਮਤਾ ਪਾ ਕੇ, ਕੋਈ ਲਾਅ ਬਣਾ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਕੇਂਦਰ ਦੇ ਨਾਲ ਗੱਲਬਾਤ ਕਰਕੇ ਇਹਨਾਂ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਨਹੀਂ ਕਰਵਾ ਸਕਦੀ, ਜਾਂ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾ ਨਹੀਂ ਕਰਵਾ ਸਕਦੀ? ਨਹੀਂ, ਇਹ ਗੱਲ ਸਹੀ ਹੈ। ਦੇਖੋ ਜਿਹੜੇ ਸਿੰਘ ਹੈ ਹੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਆ, ਭਾਵੇਂ ਉਹ ਗੁਜਰਾਤ ਦੇ, ਕਰਨਾਟਕਾ ਦੇ, ਦਿੱਲੀ ਦੇ, ਯੂਪੀ ਦੇ ਕੈਦੀ ਆ, ਪਰ ਕਿਉਂਕਿ ਪੰਜਾਬ ਜੇਲ੍ਹ ਮੈਨੂਅਲ ਮੁਤਾਬਕ ਹੀ ਉਹਨਾਂ ਦਾ ਉਹ ਛੁੱਟੀ ਆਉਂਦੇ ਆ, ਪਰੋਲ ਆਉਂਦੇ ਹੈਗੇ ਆ, ਉਹਨਾਂ ਦੀ ਰਿਹਾਈ ਦਾ ਸਾਰਾ ਜਿਹੜਾ ਰਹਿਣਾ ਵੀ ਉਹਨਾਂ ਨੇ ਸਜ਼ਾ ਰਿਹਾਈ ਤੋਂ ਬਾਅਦ ਪੰਜਾਬ ਦੇ ਵਿੱਚ ਹੀ ਆ। ਉਹਨਾਂ ਦੀ ਰਿਹਾਈ ਦਾ ਜਿਹੜਾ ਸਾਰਾ ਅਮਲ ਆ ਗ੍ਰਾਸ ਰੂਟ ਲੈਵਲ ਦੇ ਉੱਤੇ, ਜਿਵੇਂ ਜੇਲ੍ਹ ਸੁਪਰਡੈਂਟ ਦੀ ਰਿਪੋਰਟ, SSP ਦੀ ਰਿਪੋਰਟ, DC ਦੀ ਰਿਪੋਰਟ, ਪਿੰਡ ਦੀ ਪੰਚਾਇਤ ਦੇ ਜਿਹੜੇ ਪੰਚਾਇਤਨਾਮਾ ਉਹਨਾਂ ਦੀ ਸਿਫਾਰਿਸ਼, ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਹੀ ਆ ਤੇ ਉਹਨਾਂ ਦਾ ਗੁੱਡ ਕੰਡਕਟ ਹੈ ਹੀ ਆ। ਕਿਸੇ ਵੀ ਬੰਦੇ ਦੇ ਉੱਤੇ ਜੇਲ੍ਹ ਦੌਰਾਨੇ ਜੇਲ੍ਹ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਜੁਰਮ ਨਹੀਂ ਹੈਗਾ, ਕੇਸ ਪੈਂਡਿੰਗ ਨਹੀਂ ਹੈਗੇ, ਤਾਂ ਉਹਦੀ ਸਿਫਾਰਿਸ਼ ਕਰਨੀ ਜਿਹੜੀ ਪੰਜਾਬ ਸਰਕਾਰ ਇੱਕ ਤਾਂ ਇਹਨਾਂ ਦੀ ਸਿਫਾਰਿਸ਼ ਕਰਕੇ ਸੈਂਟਰ ਨੂੰ ਭੇਜ ਸਕਦੀ ਹੈ ਵੀ ਹਾਂ ਵੀ ਇਹਨਾਂ ਤੇ ਕੋਈ ਗੁੱਡ ਕੰਡਕਟ ਆ, ਇਹਨਾਂ ਦਾ ਕੋਈ ਕੇਸ ਨਹੀਂ ਪੈਂਡਿੰਗ ਹੈਗਾ, ਇਹਨਾਂ ਤੇ ਆਹ ਸਾਰੀਆਂ ਰਿਪੋਰਟਾਂ ਇਹਨਾਂ ਦੀਆਂ ਗੁੱਡ ਹੈਗੀਆਂ, ਤਾਂ ਇਹਨਾਂ ਨੂੰ ਰਿਹਾ ਕੀਤਾ ਜਾਵੇ। ਫਿਰ ਦੀ ਜਿਹੜੀ ਉਹ ਡਿਸੀਜਨ ਸੈਂਟਰ ਗਵਰਨਮੈਂਟ ਉਹਨਾਂ ਚਿਰ ਤੱਕ ਇਹਨਾਂ ਨੂੰ ਪਰੋਲ ਦੇ ਸਕਦੀ ਆ। ਜਿਵੇਂ ਮੈਂ ਕਿਹਾ, ਜਿਵੇਂ ਦੱਸਿਆ ਰਾਜਸਥਾਨ ਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਆ ਵੀ ਜਿਹੜਾ ਵੀ ਉਮਰ ਕੈਦੀ 14 ਸਾਲ ਪੂਰੀ ਫੋਰਸ ਕੱਟ ਲੈਂਦਾ ਤੇ 3 ਗੁੱਡ ਕੰਡਕਟ ਦੀਆਂ 3 ਪਰੋਲਾਂ ਕੱਟ ਲੈਂਦਾ, 10 ਦਿਨ ਦੀ, 20 ਦਿਨ ਦੀ ਤੇ 30 ਦਿਨ ਦੀ, ਉਹਦੇ ਵਿੱਚ ਉਸ ਤੋਂ ਬਾਅਦ ਉਹਨੂੰ ਪਰਮਾਨੈਂਟ ਪਰੋਲ ਲਈ ਵਿਚਾਰਿਆ ਜਾ ਸਕਦਾ। ਇਹਦੇ ਸੰਬੰਧ ਚ ਪਿਛਲੀ ਸਰਕਾਰ 'ਚ ਵੀ ਗੱਲ ਹੋਈ ਸੀ, ਇਹ ਸਰਕਾਰ ਨੇ ਤਾਂ ਸੁਣੀ ਨਹੀਂ ਤੇ ਉਹ ਪਿਛਲੀ ਸਰਕਾਰ ਦੇ ਟਾਈਮ ਜਾਂਦੇ ਜਾਂਦੇ 1-2 ਵਾਰੀ ਗੱਲ ਹੋਈ ਸੀਗੀ ਵੀ ਪਰਮਾਨੈਂਟ ਪਰੋਲ ਦਾ ਜਿਹੜਾ ਪ੍ਰੋਵੀਜ਼ਨ ਹੈਗੀ ਆ ਉਹ ਪਰੋਲ ਐਕਟ ਪੰਜਾਬ 'ਚ ਕਰ ਦਈਏ ਤਾਂ ਜੋ ਇਹ ਬੰਦੇ ਜਿਹੜੇ ਆ ਪਰਮਾਨੈਂਟ ਪਰੋਲ ਤੇ ਆ ਜਾਣ, ਘੱਟੋ ਘੱਟ ਆਪਣੇ ਘਰਾਂ ਦੇ ਵਿੱਚ ਆ ਕੇ ਰਹਿਣ ਤੇ ਜਿਹੜਾ ਇਹਨਾਂ ਦੀ ਫਾਈਨਲ ਰਿਹਾਈ ਆ, ਪ੍ਰੀ ਮੈਚੁਰ ਰਿਲੀਜ਼ ਆ, ਉਹ ਪੈਂਡਿੰਗ ਤੋਂ 6 ਮਹੀਨੇ ਸਾਲ ਲੱਗ ਜਾਣ। ਸੋ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਵੀ ਹੈ ਜੇ ਚਾਹੇ ਤਾਂ। ਜੀ ਮੰਜਪੁਰ ਸਾਹਿਬ, ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਪੈਰੋਲ ਦਾ ਜਿਹੜਾ ਹੈਗਾ ਪਾਰਟ ਉਹ ਸੰਭਵ ਹੋ ਸਕਦਾ ਜੇ ਪੰਜਾਬ ਸਰਕਾਰ ਚਾਹੇ, ਪਰ ਜਿਹੜੀ ਰਿਹਾਈ ਹੈਗੀ ਆ ਉਹਨੂੰ ਜੇ ਸਾਲ 6 ਮਹੀਨੇ ਲੱਗਦੇ ਆ ਤੇ ਉਹ ਲਾਏ ਜਾ ਸਕਦੇ ਆ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਦੇਖਦੇ ਹਾਂ, ਤੁਸੀਂ ਪਹਿਲਾਂ ਵੀ ਕਹਿ ਕੇ ਹਟੇ ਹੋ ਕਿ ਜਿਹੜਾ ਇੱਕ ਸਰਕਾਰ ਦਾ ਰਵੱਈਆ ਹੈਗਾ ਉਹ ਨਾ ਪੱਖੀ ਨਜ਼ਰ ਆਉਂਦਾ ਘੱਟ ਗਿਣਤੀਆਂ ਦੇ ਲਈ, ਤੁਹਾਨੂੰ ਲੱਗਦਾ ਹੈ ਵੀ ਸਾਲ 6 ਮਹੀਨੇ ਦੇ ਵਿੱਚ ਜਿਹੜੇ ਇਹ 19 ਸਿੱਖ ਸਿਆਸੀ ਕੈਦੀ ਹੈਗੇ ਆ ਇਹਨਾਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਨਪੇਰੇ, ਉਹਨਾਂ ਨੂੰ ਜਿਹੜਾ ਹੈਗਾ ਇੱਕ ਫਾਈਨਲ ਡਿਸੀਜਨ ਉਹਨਾਂ ਤੇ ਸਰਕਾਰ ਲੈ ਸਕਦੀ ਹੈ? ਮੈਂ ਤਾਂ ਦੇਖੋ ਪਹਿਲਾਂ ਕਿਹਾ ਵੀ ਇਹਨਾਂ ਦਾ ਤਾਂ ਜਿਵੇਂ ਹੁਣ ਅੱਡ ਕੇਸ ਵਾਈਜ਼ ਅੱਡ ਚੀਜ਼ ਹੈਗੀ ਆ, ਉਹ ਟੇਬਲ ਟੂ ਟੇਬਲ ਜਾਣੀ ਹੈਗੀ। ਜੇ ਇਰਾਦਾ ਹੋਵੇ, ਨੀਤ ਹੋਵੇ, ਨੀਤੀ ਹੋਵੇ ਤਾਂ ਫਿਰ ਜਿਵੇਂ ਭਾਈ ਲਾਲ ਸਿੰਘ ਦਾ ਤਾਂ ਸੈਂਟਰਲ ਹੋਮ ਮਿਨਿਸਟਰੀ ਉੱਤੇ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈਗਾ ਕੈਦੀਆਂ ਦੀ ਰਿਹਾਈ ਦਾ, ਉੱਤੇ ਫਾਈਲ ਪਈ ਆ, ਸਾਰਾ ਕੁਝ ਓਕੇ ਹੋ ਕੇ ਪੰਜਾਬ ਸਰਕਾਰ ਨੇ ਇਹ ਲਿਖ ਕੇ ਭੇਜਤਾ ਸੀ ਕਿ ਸਾਡਾ ਜਿਹੜਾ ਕੈਦੀ ਨਹੀਂ ਹੈਗਾ ਪਰ ਇਹਦੀ SSP, DC, ਪੁਲਿਸ ਥਾਣੇ, ਪੰਚਾਇਤ, ਜੇਲ੍ਹ ਸੁਪਰਡੈਂਟ ਦੀ ਪੋਜ਼ਿਟਿਵ ਰਿਪੋਰਟ ਅਸੀਂ ਭੇਜ ਰਹੇ ਹਾਂ, ਬਾਕੀ ਤੁਸੀਂ ਗੁਜਰਾਤ ਨੂੰ ਪੁੱਛੋ। ਉਹ ਸਾਡੇ ਲੈਵਲ ਤੇ ਵੀ ਆ ਵੀ ਗੁਜਰਾਤ ਨੇ ਵੀ ਕਹਿਤਾ ਵੀ ਠੀਕ ਆ ਬਈ ਜੇ ਪੰਜਾਬ ਸਰਕਾਰ ਏਦਾਂ ਸਾਰਾ ਕਹਿੰਦੀ ਆ ਤੇ ਸਾਨੂੰ ਵੀ ਕੋਈ ਇਤਰਾਜ਼ ਨਹੀਂ, ਉਹ ਡਿਸੀਜਨ ਤਾਂ ਕੱਲ ਲੈ ਲਿਆ ਜਾਵੇ ਤੇ ਭਾਵੇਂ ਉਹ ਫਾਈਲ ਅਗਲੀ ਸਰਕਾਰ ਤੱਕ ਪੈਂਡਿੰਗ ਰੱਖਦੀ ਜਾਵੇ ਵੀ BJP ਸਰਕਾਰ ਨੂੰ ਲੱਗੇ ਵੀ ਇਹਨਾਂ ਨੂੰ ਛੱਡਣ ਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਵੋਟਾਂ 'ਚ, ਜਾਂ ਘੱਟ ਬਹੁ ਗਿਣਤੀ ਨਾਰਾਜ਼ ਹੋ ਸਕਦੀ ਹੈ ਵੀ ਤੁਸੀਂ ਅੱਤਵਾਦੀ ਛੱਡੇ, ਸੋ ਉਹ ਨਹੀਂ ਡਿਸੀਜਨ ਲੈਣਗੇ। ਜੇ ਸਿੱਖਾਂ ਦੇ ਨਾਲ ਉਹਨਾਂ ਨੇ ਕੋਈ ਤਾਲਮੇਲ ਰੱਖਣਾ ਹੈਗਾ ਵੀ ਹਾਂ ਵੀ ਸਿੱਖ ਥੋੜੇ ਕੁਛ ਕਰਨੇ ਆ, ਫਿਰ ਉਹਨਾਂ ਨੂੰ ਛੱਡ ਵੀ ਸਕਦੇ ਆ। ਸੋ ਇਹ ਫੈਸਲਾ ਲੈਣਾ ਤਾਂ ਭਾਵੇਂ 2 ਦਿਨਾਂ ਦੇ ਵਿੱਚ ਕੰਮ ਹੋਵੇ,
ਤੇ ਜੇ ਨਹੀਂ ਲੈਣਾ ਤਾਂ ਫਿਰ ਸਾਲਾਂ ਬੱਧੀ ਫਾਈਲਾਂ ਦੇ ਉੱਤੇ ਮਿੱਟੀ ਪਈ ਜਾਵੇ, ਉਹਦੇ ਉੱਤੇ ਕੋਈ ਕੰਨ ਤੇ ਜੂੰ ਨਹੀਂ ਰੇਂਗਦੀ। ਉਹਨਾਂ ਦੇ ਪਿਛਲਾ ਜਿਹੜਾ ਇਤਿਹਾਸ ਆ ਜਾਂ ਤਜਰਬਾ ਇਹੀ ਦੱਸਦਾ ਹੈਗਾ ਜਦੋਂ ਡਿਸੀਜਨ ਹੋਣੇ ਆ, ਜਿਵੇਂ ਤੁਸੀਂ ਮੰਨੋ ਜਿਹੜੇ ਪੁਲਿਸ ਅਫਸਰ ਕਲਕੱਤਾ ਜਾ ਕੇ ਬਸ਼ੀਰ ਮੁਹੰਮਦ, ਭਾਈ ਲਛਮਣ ਸਿੰਘ ਉਹਨਾਂ ਨੂੰ ਉਹਨਾਂ ਦੀ ਵਾਈਫ ਨੂੰ ਉੱਥੇ ਸ਼ਹੀਦ ਕਰਕੇ ਆਏ ਸੀਗੇ, ਉਹਨਾਂ ਦੇ ਕੇਸ ਚੱਲੇ, ਮੁੜ ਕੇ ਉਹਨਾਂ ਅਫਸਰਾਂ ਨੂੰ ਰਾਸ਼ਟਰਪਤੀ ਤੋਂ ਉਹਨਾਂ ਨੂੰ ਉੱਥੋਂ ਥੱਲਿਓਂ ਸਜ਼ਾ ਹੋਈ, ਉੱਥੋਂ ਦੀ ਸਰਕਾਰ ਦੇ ਵਜ੍ਹਾ ਕਰਕੇ ਪਰਚਾ ਹੋਇਆ, ਸਜ਼ਾ ਹੋਈ, ਫਿਰ ਕਲਕੱਤਾ ਹਾਈ ਕੋਰਟ ਤੋਂ ਸਜ਼ਾ ਹੋਈ, ਸੁਪਰੀਮ ਕੋਰਟ ਤੋਂ ਵੀ ਸਜ਼ਾ ਰਹਿਣ ਤੋਂ ਬਾਅਦ ਉਹਨਾਂ ਦਾ ਰਾਸ਼ਟਰਪਤੀ ਤੋਂ ਪਾਰਡਨ ਕਰਾਇਆ ਗਿਆ। ਜਦੋਂ ਸੁਮੇਧ ਸੈਣੀ ਦੇ ਖਿਲਾਫ ਭੁੱਲਰ ਸਾਹਿਬ ਵਾਲੇ ਫਾਦਰ ਤੇ ਮਾਸਟਰ ਦੇ ਕੇਸ ਦੇ ਵਿੱਚ ਤੋਂ ਹੋਇਆ, ਤੇ ਪੰਜਾਬ ਸਰਕਾਰ, ਬਾਦਲ ਸਰਕਾਰ ਨੇ ਹਰੀਸ਼ ਸਾਲਵੇ ਵਰਗੇ ਮਹਿੰਗੇ ਵਕੀਲ ਸੁਮੇਧ ਸੈਣੀ ਲਈ ਕੀਤੇ। ਤੋ ਜੇ ਕਰਨਾ ਚਾਹਵੇ ਤੇ ਸਰਕਾਰ ਕਰ ਸਕਦੀ ਹੈ। ਕਿਸੇ ਤਰ੍ਹਾਂ ਦਾ ਜੇ ਉਹਨਾਂ ਨੂੰ ਦਬਾਅ ਮਹਿਸੂਸ ਹੋਵੇ ਜਾਂ ਸਿੱਖਾਂ ਦਾ ਇੱਕ ਦਬਾਅ ਜਾਂ ਸਾਂਝਾ ਇੱਕ ਇਫੈਕਟ ਪੈਂਦਾ ਦਿਸਦਾ ਹੋਵੇ, ਤਾਂ ਫਿਰ ਜਿਹੜਾ ਉਹਨਾਂ ਨੂੰ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਊਗਾ, ਕਿਉਂਕਿ ਵੋਟ ਰਾਜਨੀਤੀ ਦੇ ਤਹਿਤ ਹੀ ਇਹ ਸਾਰਾ ਕੁਝ ਮੈਂ ਸਮਝਦਾ ਤੈਅ ਹੋਣਾ ਹੁੰਦਾ। ਜੀ ਮੰਚਪੁਰ ਸਾਹਿਬ, ਜੇ ਅੰਤ ਦੇ ਵਿੱਚ ਦੇਖਣਾ ਹੋਵੇ, ਜਿੱਥੇ ਸਰਕਾਰਾਂ ਦਾ ਇਹ ਰਵੱਈਆ ਹੈਗਾ ਕਿ ਸਿੱਖ ਸਿਆਸੀ ਕੈਦੀਆਂ ਦੀ ਜਿਹੜੀ ਰਿਹਾਈ ਹੈਗੀ ਆ ਉਹ ਹੋਣ ਕੰਢਿਆ, ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਪਰ ਫਿਰ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ, ਇਹਦੇ ਤੋਂ ਬਾਅਦ ਕੋਈ ਪਬਲਿਕ ਪ੍ਰੈਸ਼ਰ ਜਾਂ ਕੋਈ ਹੋਰ ਤਰੀਕਾ ਕੀ ਤੁਸੀਂ ਸਮਝਦੇ ਹੋ ਕਿ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਲਈ ਹੋਰ ਕਿਹੜਾ ਤਰੀਕਾ ਅਪਣਾਇਆ ਜਾ ਸਕਦਾ ਹੈ, ਤੇ ਉਹਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਸਿੱਖ ਹੈਗੇ ਆ, ਕੌਮ ਹੈਗੀ ਆ, ਉਹ ਕੀ ਯੋਗਦਾਨ ਆਪਣਾ ਪਾ ਸਕਦੀ ਹੈ? ਇਹਦੇ ਵਿੱਚ ਤਾਂ ਇਹੀ ਹੈ ਵੀ ਵੱਖਰੇ ਵੱਖਰੇ ਰੂਪ ਦੇ ਵਿੱਚ ਬਾਹਰੋਂ ਵੀ ਇੱਥੋਂ ਵੀ ਬਿਆਨਬਾਜ਼ੀ ਤਾਂ ਹੁੰਦੀ ਰਹਿੰਦੀ ਹੈ, ਜਾਂ ਬਾਦਲ ਨੇ ਵੀ ਕਹਿੰਦੇ ਉਦੋਂ ਵੀ ਅਸੀਂ ਦੇ ਕੇ ਆਏ ਜੀ ਮੰਗ ਪੱਤਰ, ਪਰ ਸੁਸਿਰਤ ਕੋਈ ਨਹੀਂ ਹੁੰਦਾ। ਬਾਦਲ ਨੇ ਵੀ ਜਦੋਂ RTI ਪਾਈ ਕਿਸੇ ਨੌਜਵਾਨ ਨੇ ਸੈਂਟਰ ਹੋਮ ਨੇ ਵੀ ਲਿਸਟ ਦਿਓ ਬਾਦਲ ਕਿਹੜੀ ਦੇ ਗਿਆ, ਉਹਨਾਂ ਨੇ ਕਿਹਾ ਸਾਨੂੰ ਕੋਈ ਬਾਦਲ ਕਦੀ ਕੋਈ ਲਿਸਟ ਦੇ ਕੇ ਹੀ ਨਹੀਂ ਗਿਆ। ਉਹ ਖਵਾਰੀ ਬਿਆਨਬਾਜ਼ੀ ਤੋਂ ਲੈ ਕੇ ਇਹ ਅੰਦਰ ਖਾਤੇ ਬੇਸ਼ੱਕ ਹੋ ਸਕਦਾ BJP ਚਾਹੁੰਦੀ ਹੋਵੇ ਵੀ ਸਿੱਖ ਬੰਦੀ ਚਾਲ ਛੱਡੀਏ, ਸ਼ਾਇਦ ਸਾਡੇ ਨਾਲ ਸਿੱਖ ਖੁਸ਼ ਹੋਣ, ਸਾਡੇ ਨਾਲ ਲੱਗਣ ਸਿਆਸੀ ਤੌਰ ਦੇ ਉੱਤੇ 2019 ਦੀਆਂ ਚੋਣਾਂ ਦੇ ਮੱਦੇਨਜ਼ਰ, ਪਰ ਇਹ ਗੱਲ ਬਾਦਲਾਂ ਨੂੰ, ਪਰਿਵਾਰ ਨੂੰ ਜਾਂ ਬਾਦਲ ਪਾਰਟੀ ਨੂੰ ਜਿਹੜੀ ਵਾਰਾ ਨਹੀਂ ਖਾਂਦੀ ਵੀ ਜੇ ਉਹਨਾਂ ਤੋਂ ਬਾਹਰ ਹੋ ਕੇ ਕੋਈ ਕੰਮ ਹੁੰਦਾ ਹੈਗਾ ਤਾਂ ਉਹਨਾਂ ਨੂੰ ਵੀ ਇਸ ਗੱਲ ਦੀ ਤਕਲੀਫ ਹੁੰਦੀ ਹੈ। ਤੇ ਇਹ ਇਤਿਹਾਸ ਦੇ ਵਿੱਚ ਪਈਆਂ ਹੋਈਆਂ ਗੱਲਾਂ ਪਿਛਲੀ ਸਰਕਾਰ ਦੇ ਟਾਈਮ ਜਦੋਂ ਅਡਵਾਨੀ ਹੋਮ ਮਿਨਿਸਟਰ ਸੀ, ਉਦੋਂ ਜਦੋਂ ਜੰਮੂ ਕਸ਼ਮੀਰ ਤੋਂ ਚੰਡੀਗੜ੍ਹ ਆਇਆ ਸ੍ਰੀਨਗਰ ਤੋਂ, ਉੱਥੇ ਕੁਝ ਬੰਦੀਆਂ ਨੂੰ ਜਿਹੜਾ ਛੱਡਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀਗਾ, ਤੇ ਇੱਥੇ ਪੱਤਰਕਾਰਾਂ ਨੇ ਪੁੱਛਿਆ ਵੀ ਹਾਂਜੀ ਤੁਸੀਂ ਸਿੱਖ ਬੰਦੀਆਂ ਬਾਰੇ ਕੀ ਆ, ਉਹ ਕਹਿੰਦਾ ਬਾਦਲ ਸਾਹਿਬ ਕਹਿਣਗੇ ਤਾਂ ਅਸੀਂ ਜ਼ਰੂਰ ਉਹਦੇ ਬਾਰੇ ਵਿਚਾਰਾਂਗੇ, ਬਾਦਲ ਸਾਹਿਬ ਨੇ ਕਦੀ ਕਿਹਾ ਹੀ ਨਹੀਂ ਜੀ। ਸੋ ਇਹ ਜਿਹੜੀ ਆ ਵੀ ਜਿਹੜੀ ਸਿੱਖ ਲੀਡਰਸ਼ਿਪ ਦੇ ਵਿੱਚ ਇਹ ਜਿਹੜੀ ਘਾਟ ਹੈਗੀ ਹੈ, ਜਿਹੜੇ ਬਣੇ ਹੋਏ ਨੇਗੇ, ਸੋ ਹੋ ਸਕਦਾ ਸੈਂਟਰ ਗਵਰਨਮੈਂਟ ਛੱਡਣਾ ਚਾਹੁੰਦਾ ਹੋਵੇ ਤੇ ਬਾਦਲ ਵਿੱਚ ਅੜਿੱਕਾ ਹੋਵੇ ਵੀ ਨਹੀਂ ਜੀ ਇਹ ਨਾ ਛੱਡੋ, ਇਹ ਤਾਂ ਸਾਨੂੰ ਬਾਹਰ ਨਾ ਗਿਆ ਕੇ। ਸੋ ਇਹ ਗੱਲਾਂ ਵੀ ਜਿਹੜੀਆਂ ਪੱਤਾ ਬਦਲਣ ਤੋਂ ਬਾਅਦ ਸਾਹਮਣੇ ਆਉਂਦੀਆਂ ਹੈਗੀਆਂ ਵੀ ਇਹ ਲੋਕ ਵੀ ਅੜਿੱਕਾ ਹੈਗੇ ਨੇ। ਉੱਤੋਂ ਬਿਆਨਬਾਜ਼ੀ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਦੇ ਜਥੇਦਾਰ ਰੱਖ ਹੁੰਦੇ ਜਿਹੜੇ, ਉਹ ਸਾਰੇ ਬਿਆਨਬਾਜ਼ੀ ਜਾਂ ਕਰਦੇ ਆ, ਇਹਦੇ ਬਾਰੇ ਕੋਈ ਸਿੱਧ ਯਤਨ ਜਾਂ ਕੋਈ ਪੁਖਤਾ ਦਬਾਅ ਜਿਹੜਾ ਨਹੀਂ ਬਣ ਪਾਉਂਦਾ। ਜੀ ਬਿਲਕੁਲ ਮੰਚਪੁਰ ਸਾਹਿਬ, ਸੋ ਤੁਹਾਡਾ ਕਹਿਣਾ ਹੈਗਾ ਵੀ ਜਿਹੜੇ ਸਿਆਸੀ ਲੋਕ ਹੈਗੇ ਆ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ, ਸਿੱਖ ਹੋਣ, ਉਹਨਾਂ ਵੱਲੋਂ ਮਹਿਜ਼ ਅਖਬਾਰੀ ਬਿਆਨਬਾਜ਼ੀ ਤੋਂ ਬਿਨਾਂ ਕੋਈ ਵੀ ਜਿਹੜਾ ਯਤਨ ਹੈਗਾ ਉਹ ਨਹੀਂ ਕੀਤਾ ਜਾ ਰਿਹਾ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਲਈ। ਪਰ ਜਿਹੜੀਆਂ ਬਾਹਰ ਬੈਠੀਆਂ ਸਿੱਖ ਸੰਗਤਾਂ ਹੈਗੀਆਂ ਨੇ ਜਾਂ ਆਰਗੇਨਾਈਜੇਸ਼ਨਸ ਹੈਗੀਆਂ ਨੇ, ਜਿਨ੍ਹਾਂ ਵੱਲੋਂ ਕਿਤੇ ਨਾ ਕਿਤੇ ਇਹਨਾਂ ਸਿੰਘਾਂ ਦੇ ਕੇਸ ਵੀ ਲੜੇ ਜਾਂਦੇ ਨੇ ਜਾਂ ਅਰਦਾਸ ਕੀਤੀ ਜਾਂਦੀ ਹੈ ਵੀ ਭਾਈ ਜਿਹੜੇ ਕੌਮ ਦੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਕੌਮ ਦੇ ਲੇਖੇ ਲਾਈਆਂ ਨੇ ਉਹਨਾਂ ਦੀ ਰਿਹਾਈ ਹੋ ਸਕੇ, ਉਹਨਾਂ ਦੇ ਲਈ ਕੀ ਰਸਤਾ ਬਚ ਜਾਂਦਾ ਹੈ ਜਾਂ ਉਹ ਕਿਵੇਂ ਇਸ ਕੇਸ ਦੇ ਵਿੱਚ ਮਦਦਗਾਰ ਹੋ ਸਕਦੇ ਆ? ਦੇਖੋ ਜਿਹੜੇ ਬਾਹਰ ਬੈਠੇ ਹੈਗੇ ਉਹ ਤਾਂ ਹੁਣ ਉਹਨਾਂ ਨੂੰ ਜਿਹੜਾ ਹੈਗਾ, ਦੇਖੋ ਸੈਂਟਰ ਗਵਰਨਮੈਂਟ ਨੇ ਰਿਹਾਈ ਕਰਨੀ ਹੈਗੀ ਉਹਨਾਂ ਦੀ, ਉਹਨਾਂ ਦੇ ਸੰਬੰਧ ਚ ਉਹਨਾਂ ਨੂੰ ਇੱਕ ਵੱਜਵਾਂ ਜਿਹੜਾ ਕੋਈ, ਕਿਉਂਕਿ ਇਹ ਹੁਣ ਸਾਡੇ ਝੱਗਾ ਚੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ ਵੀ ਸਾਡੀ ਕੌਮ ਦੀ ਜਿਹੜੀ ਹੈ ਏਕਤਾ ਕਿਤੇ ਦਿਸਦੀ ਨਜ਼ਰ ਨਹੀਂ ਆਉਂਦੀ। ਹਰੇਕ ਮੁੱਦੇ ਦੇ ਉੱਤੇ ਅਸੀਂ ਵੱਖ-ਵੱਖ ਜਿਹੜੇ ਆ ਵਿਚਾਰ ਜਿਹੜੇ ਸਾਹਮਣੇ ਆਉਂਦੇ ਆ, ਇਸ ਗੱਲ ਦਾ ਉਹ ਫਾਇਦਾ ਚਾਹੁੰਦੇ ਆ। ਜਿਸ ਦਿਨ ਸਾਡੀ ਵੱਜਵੀਂ ਆਵਾਜ਼ ਕਿਸੇ ਮੁੱਦੇ ਦੇ ਉੱਤੇ ਦਿਸਦੀ ਹੋਈ ਨਜ਼ਰ ਆਊਗੀ, ਜਿਵੇਂ ਆਪਾਂ ਕਹਿ ਸਕਦੇ ਹਾਂ ਹੁਣ ਫੋਰ ਐਗਜ਼ਾਮਪਲ ਆਤ ਦੀ ਵੀ ਕੈਨੇਡਾ ਦੇ ਵਿੱਚ ਜੋ ਕੁਛ ਵੀ ਇਹ ਸਾਰਾ ਘਟਨਾਕ੍ਰਮ ਹੋਇਆ ਤੇ ਉੱਥੇ ਮਤਾ ਲਿਆਉਣ ਦੀ ਗੱਲ ਹੋਈ ਤੇ ਸਿੱਖਾਂ ਦੀ ਜਿਹੜੇ ਏਕੇ ਦੇ ਕਰਕੇ ਉਹ ਮਤਾ ਲਿਆਉਣ ਦਾ ਵੀ ਜਿਹੜਾ ਵਾਪਸ ਹੋਇਆ, ਸੋ ਉਹਦੇ ਪਿੱਛੇ ਕਿਸੇ ਨਾ ਕਿਸੇ ਤਰ੍ਹਾਂ ਦੀ ਸੁਹਿਰਦਤਾ ਦਿਸਦੀ ਸੀਗੀ।
ਸਰਕਾਰਾਂ ਪਿੱਛੇ ਹਟਦੀਆਂ ਜਦੋਂ ਉਹਨਾਂ ਨੂੰ ਪਤਾ ਹੋਵੇ ਵੀ ਠੀਕ ਆ ਸਾਡੇ ਹੀ ਬੰਦੇ ਅੰਦਰ ਹੈਗੇ ਆ, ਇਹਨਾਂ ਨੇ ਤਾਂ ਨਾਅਰੇ ਮਾਰ ਕੇ ਚਲੇ ਜਾਣਾ, ਕੋਈ ਗੱਲ ਨਹੀਂ। ਸੋ ਜਦੋਂ ਸਾਡਾ ਸਬੂਤ ਏਕੇ ਦਾ ਸਬੂਤ ਕੌਮ ਨੇ ਦਿੱਤਾ ਤੇ ਇਹ ਕੈਦੀ ਉਹਨਾਂ ਨੂੰ ਫਾਈਲਾਂ ਦੀ ਵੇਟ ਨਹੀਂ ਕਰਨੀ, ਉਹਨਾਂ ਨੇ ਆਪ ਫੜਾਉਣ ਆਉਣੀਆਂ ਬਾਹ ਵੀ ਆਹ ਲਓ ਭਾਈ ਆਪਣੇ ਬੰਦੇ ਫੜੋ, ਸਾਡਾ ਜਿਹੜਾ ਛੱਡੋ। ਸੋ ਇਹ ਗੱਲ ਮੈਂ ਵਾਰ-ਵਾਰ ਇਹੀ ਦੁਹਰਾਉਣਾ ਵੀ ਜਦੋਂ ਏਕੇ ਦਾ ਸਬੂਤ ਹੋਣਾ, ਉਹਨਾਂ ਨੂੰ ਆਟੋਮੈਟਿਕਲੀ ਉਹਦਾ ਇੱਕ ਦਬਾਅ ਮਹਿਸੂਸ ਹੋਣਾ ਤੇ ਉਹਨਾਂ ਨੇ ਬੰਦੇ ਛੱਡਣੇ। ਜੀ ਮੰਚਪੁਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਜਾਂਦੇ ਜਾਂਦੇ ਅਸੀਂ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਿੱਖ ਸਿਆਸੀ ਕੈਦੀਆਂ ਦੇ ਇਸ਼ੂ ਦੇ ਉੱਪਰ ਅੱਜ ਦੀ ਸਾਡੀ ਗੱਲਬਾਤ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਹੋਰਾਂ ਦੇ ਨਾਲ ਸੀ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਦੇ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੇ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।